अच्छा ਉਹ ਕੋਈ ਨਹੀਂ, ਤੁਸੀਂ ਰਹਿਣ ਦਿਓ, ਇਹ ਕੰਮ ਮੈਂ ਆਪੇ ਕਰਵਾ ਲੂੰ। ਉਹ ਤੂੰ ਗੱਲ ਕਰਾ ਮੇਰੀ ਥਾਣੇਦਾਰ ਨਾਲ। ਗੱਲ ਸੁਣਾ ਥਾਣੇਦਾਰਾ, ਤੇਰਾ ਮੈਂ ਜੁੱਲੀ ਵੇਤਰ ਐਸੀ ਜਗ੍ਹਾ ਸਿੱਟੂ ਤੂੰ ਆਪਦੇ ਬੱਚੇ ਦੇਖਣ ਲਈ ਤਰਸੇਂਗਾ। ਆ ਗਏ ਜੀ ਮੰਤਰੀ ਸਾਹਿਬ। ਤੇਰੀ ਹਿੰਮਤ ਕਿਵੇਂ ਹੋਈ ਤਲਾਵਰ ਸਿੰਘ ਦਾ ਮਾਰ ਉੱਤੇ ਫੋਨ ਕੱਢ ਯਾਰ। ਸਤਿ ਸ੍ਰੀ ਅਕਾਲ ਜੀ ਮੰਤਰੀ ਸਾਹਿਬ। ਇਹ ਉਹੀ ਢਿੱਲੋਂ ਦਾ ਮਨਦੀਪ, ਆਪਣੇ ਉਹ ਕੰਮ ਵਾਲਾ ਹੈ? ਆ ਬੈਠ ਬਈ ਕਾਕਾ, ਹੋਰ ਕੀ ਹਾਲ ਨੇ? ਹਾਂਜੀ ਵਧੀਆ ਜੀ, ਤੁਸੀਂ ਯਾਦ ਕੀਤਾ ਸੀ ਜੀ। ਬੜਾ ਭੋਲਾ ਪੰਛੀ ਆ ਮਨਦੀਪ ਤੋਂ। ਮੈਂ ਕੁਝ ਸਮਝਿਆ ਨਹੀਂ ਮੰਤਰੀ ਸਾਹਿਬ। ਇਹੀ ਤਾਂ ਗਲਤੀ ਹੈ ਤੇਰੀ, ਤੂੰ ਸਮਝਦਾ ਕੁਛ ਨਹੀਂ। ਕਬੀਲਦਾਰੀ ਮਰੀਕ ਦੇ ਹੱਥਾਂ ਨਾ। ਹਾਂਜੀ ਹਾਂਜੀ, ਵੱਡਾ ਹੈ, ਉਹਦੇ ਹੱਥ ਹੀ ਹੋਣੀ ਸੀ। ਫਿਰ ਤਾਂ ਤੂੰ ਕੀ ਸਮਝਣਾ ਕਾਕਾ? ਮਤਲਬ ਲੁੱਟ ਕੇ ਖਾ ਗਿਆ ਤੈਨੂੰ ਉਹ। ਆ ਦਾਦਾ ਹਾਂ ਅਮਰੀਕ ਵੱਡੇ ਭਰਾ, ਤੇਥੋਂ ਇਹ ਉਮੀਦ ਨਹੀਂ ਸੀ। ਉਹ ਬੱਲੇ ਮੰਤਰੀ ਸਾਹਿਬ, ਆਹ ਲਾਈ ਆ ਨਾ ਸਕੀਮ, ਹੁਣ ਇਹਦੇ ਵਾਲੀ ਜ਼ਮੀਨ 'ਚ ਆਪਣੇ ਵਾਲੇ ਪ੍ਰੋਜੈਕਟ ਦਾ ਨੀਂਹ ਪੱਥਰ ਧਰਿਆ ਲੈ। ਉਹ ਜਿੰਨਾ ਇਹਨਾਂ ਲੋਕਾਂ ਨੂੰ ਪਾੜਾਂਗੇ, ਰਾਜਨੀਤੀ ਦੀ ਗੁੱਡੀ ਓਨੀ ਅੰਬਰੀ ਚਾੜਾਂਗੇ। ਬਹੁਤ ਭਾਰ ਆ ਓਏ। ਮੰਮੀਏ, ਸਿਮਰਨ ਖੇਲਦਾ ਨਹੀਂ ਮੇਰੇ ਨਾਲ। ਤੁਸੀਂ ਕਿਉਂ ਜੀ ਮੁੰਡੇ ਨੂੰ ਪੈਰਾਂ ਤੇ ਚੜਾਇਆ? ਖੇਡ ਲੈਣ ਦੋ ਨਾ ਕੁੜੀ ਨਾਲ। ਸਾਰਾ ਦਿਨ ਪੈਰਾਂ ਤੇ ਬਿਠਾਈ ਰੱਖ ਦਿਓ, ਜਮੀ ਨਹੀਂ। ਸਾਰਾ ਦਿਨ ਇੱਕੋ ਹੀ ਕੰਮ। ਕਿਉਂ ਓਏ, ਖੇਡਣਾ ਕਿ ਇੱਥੇ ਝੂਟੇ ਲੈਣੇ ਆ? ਮੈਂ ਤਾਂ ਇੱਥੇ ਹੀ ਝੂਟੇ ਲਊਂ, ਨਜ਼ਾਰੇ ਆਈ ਜਾਂਦੇ ਨੇ। ਹਾਏ ਹਾਏ, ਲੈ ਫਿਰ ਤੂੰ ਨਜ਼ਾਰੇ ਅੱਜ। ਨੀ ਮਿੰਟੂ ਦੀ ਬਹੂ ਵੀ ਹੱਦ ਹੀ ਕਰਦੀ ਐ। ਹਲ 5000 ਦਾ ਸੂਟ ਲਿਆਈ, ਐਨੇ ਮਹਿੰਗੇ ਪਾ ਕੇ ਦੱਸ ਕਿੱਧਰ ਜਾਊਗੀ? ਦੀਦੀ 5000 ਵਾਲੀ ਕਿਹੜੀ ਗੱਲ ਆ? ਬੰਦੇ ਨੇ ਆਪਣੇ ਸ਼ੌਕ ਵੀ ਪੂਰੇ ਕਰਨੇ ਹੁੰਦੇ ਨੇ। ਸਿੰਧੀਏ ਸ਼ੌਂਕ ਤਾਂ ਪੂਰੇ ਕਰਨੇ ਨੇ, ਅੱਡੀਆਂ ਚੱਕ ਕੇ ਫਾਹਾ ਲੈਣ ਵਾਲਾ ਕੰਮ ਹੋ ਗਿਆ ਤਾਂ। ਜਮੀ ਹੋ ਕਬੀਲਦਾਰੀ ਵੀ ਤਾਂ ਦੇਖਣੀ ਓ ਐ, ਕਿੱਧਰ ਜਾਊਗੀ ਇੰਨੇ ਮਹਿੰਗੇ ਪਾ ਪਾ ਕੇ? ਉਹ ਕਬੀਲਦਾਰੀਆਂ ਦੀਦੀ ਆਪੇ ਸੈੱਟ ਹੋ ਜਾਂਦੀਆਂ ਹੁੰਦੀਆਂ ਨੇ। ਚੱਲ ਅੰਦਰ ਚਲੋ ਸਿਮਰ। ਸਿੰਧੀਏ ਤੂੰ ਵੀ ਚੱਲ ਅੰਦਰ। ਇਹਨੂੰ ਕੀ ਹੋ ਗਿਆ? ਇਹਨਾਂ ਨੂੰ ਕੀ ਹੋ ਗਿਆ? ਕਿਵੇਂ ਹੱਕਾਂ 'ਚ ਮਾਰੀ ਜਾਂਦੇ ਅੱਜ? ਮੈਂ ਤੈਨੂੰ ਕੀ ਕਿਹਾ? ਅੰਦਰ ਆ ਚੱਲ। ਹਾਂਜੀ ਸੁਣਿਆ ਨਹੀਂ ਮੈਂ ਕਿਹਾ? ਚੱਲ ਅੰਦਰ ਚੱਲ। ਮਨਦੀਪ ਕੀ ਗੱਲ ਹੋ ਗਈ ਛੋਟੇ ਵੀਰ ਅੱਜ? ਉਹ ਤੂੰ ਤਾਂ ਚੁੱਪ ਹੀ ਕਰ ਜਾ ਮੂੰਹ ਠਗਣਿਆ। ਇਹਨੂੰ ਕੀ ਹੋ ਗਿਆ? ਇਹ ਤਾਂ ਕਦੇ ਬੋਲੇ ਨਹੀਂ ਸੀ। ਗੱਲ ਸੁਣੋ, ਤਾਏ ਦੇ ਬਹੁਤੇ ਲੜ ਲਿਆ। ਜੇ ਅੱਜ ਤੋਂ ਬਾਅਦ ਰਿੱਪੀ ਨਾਲ ਖੇਡਾਂ ਦੇਖ ਲੈਣਾ, ਕੱਚੇ ਨੂੰ ਚੱਪ ਜੂਗਾ ਮੈਂ। ਗੱਲ ਕੀ ਹੋ ਗਈ ਪਾਪਾ? ਤੈਨੂੰ ਨਹੀਂ ਪਤਾ। ਕੀ ਗੱਲ ਹੋ ਗਈ? ਜਵਾਕ ਨੂੰ ਕਾਹਤੋਂ ਗਾਲਾਂ ਕੱਢੀ ਜਾਂਦੇ ਹੋ? ਜਾ ਪੁੱਤ ਬਾਹਰ ਜਾ ਕੇ ਖੇਡ ਤੂੰ। ਨਾ ਗੱਲ ਕੀ ਹੋ ਗਈ? ਕੱਲ ਤੋਂ ਬਾਅਦ ਚੁੱਲ੍ਹਾ ਲੱਗ ਵਾਲੇਂਗੀ ਤੂੰ। ਮਤਲਬ ਕਹਿੰਦੇ ਨਿਕਲੂ ਘਰੇ ਕੱਲ ਨੂੰ। ਬਹੁਤ ਘਾਟੇ ਖਾ ਲਏ। ਰੱਬ ਵਰਗਾ ਸਮਝਿਆ ਸੀ ਮੇਰੀ ਗਵਾਈ ਨੂੰ।
ਚਲੋ ਦੇਖ ਲਓ ਜੀ ਜਿਵੇਂ ਤੁਹਾਨੂੰ ਸਹੀ ਲੱਗਦਾ। ਮੈਂ ਤਾਂ ਆਪ ਤੁਹਾਨੂੰ ਕਿੱਦੇ ਦੀ ਕਹਿਣ ਨੂੰ ਫਿਰਦੀ ਸੀ ਵੀ ਆਪਾਂ ਅੱਡ ਹੋ ਜਾਈਏ, ਪਰ ਮੈਨੂੰ ਡਰ ਸੀਗਾ ਵੀ ਤੁਸੀਂ ਕਹੋਗੇ ਪਤਾ ਨਹੀਂ ਦੋ ਭਾਈਆਂ ਚ ਪਵਾੜਾ ਪਵਾਤਾ। ਵਿਤਕਰੇ ਤਾਂ ਮੇਰੇ ਨਾਲ ਵੀ ਬਹੁਤ ਹੁੰਦੇ ਨੇ ਇਸ ਘਰ 'ਚ, ਮੈਂ ਤਾਂ ਦੱਸਦੀ ਨਹੀਂ ਹੈਗੀ ਡਰਦੀ। ਨਾਲੇ ਤੁਸੀਂ ਇੱਕ ਗੱਲ ਨੋਟ ਕਰਿਆ ਕਰੋ, ਜੇ ਮੈਂ ਮਾੜਾ ਮੋਟਾ ਮਹਿੰਗਾ ਸੂਟ ਪਾ ਲਾ ਨਾ, ਉਹਦੀ ਟੋਕ ਟਕਾਈ ਸ਼ੁਰੂ ਹੋ ਜਾਂਦੀ ਆ। ਜਮਾ ਨਹੀਂ ਦੇਖ ਕੇ ਜਰਦੀ ਹੈਗੀ ਮੈਨੂੰ ਤਾਂ ਉਹ। ਪਤਾ ਨਹੀਂ ਕੀ ਗੱਲ ਹੈ, ਨਾ ਐਤਕੀ ਮਨਦੀਪ ਆਇਆ ਨਾ ਅਮਰੀਕ ਆਇਆ ਸਹਾਰਾ ਲੈ ਕੇ। ਉਹ ਤਾਂ ਉਹੀ ਨਹੀਂ ਅਟਕਦੇ। ਚੱਲ ਕੋਈ ਕੰਮ ਹੋ ਗਿਆ ਹੁਣ। ਤੇ ਫਿਰ ਰਾਣੀ ਦੀਦੀ ਨਾਲ ਕਦੋਂ ਗੱਲ ਕਰਨੀ ਹੈ ਤੁਸੀਂ? ਮੈਂ ਹੁਣੇ ਫੋਨ ਲਾਉਣਾ ਰਾਣੀ ਨੂੰ। ਲੈ ਆਏ ਹੁੰਦਾ ਭੈਣ ਭਾਈਆਂ ਦਾ ਪਿਆਰ। ਮਨਦੀਪ ਦਾ ਫੋਨ ਆਈ ਗਿਆ। ਰਾਣੀ ਹਾਂ ਵੀਰੇ। ਤੈਨੂੰ ਆਉਣਾ ਪੈਣਾ ਭੈਣੇ। ਹੋਰ ਠੀਕ ਠਾਕ ਹੈ? ਮੈਂ ਠੀਕ ਹਾਂ। ਠੀਕ ਅਮਰੀਕ ਨਹੀਂ ਹੈਗਾ ਆਪਣੇ ਵਾਲਾ। ਕੀ ਹੋਇਆ ਅਮਰੀਕ ਨੂੰ? ਬਸ ਤੂੰ ਆ ਜਾ, ਕੰਧ ਨਿਕਲੂਗੀ। ਕੀ ਗੱਲ? ਨਹੀਂ ਕੰਧ ਨਿਕਲੂ ਭੈਣੇ। ਕੰਧ? ਲੈ ਕੰਧ ਕਿਉਂ ਕੱਢਣੀ ਹੈ? ਚਲੋ ਕੋਈ ਨਾ ਜੀ, ਹੌਸਲਾ ਰੱਖੋ। ਇਹ ਤਾਂ ਇੱਕ ਨਾ ਇੱਕ ਦਿਨ ਹੋ ਕੇ ਹੀ ਰਹਿਣਾ ਸੀਗਾ। ਕੰਧ ਨਿਕਲੂ ਮਤਲਬ ਅੱਡ ਹੋਵਾਂਗੇ। ਸਵਾਦ ਤਾਂ ਹੁਣ ਆਊਗਾ। ਬੋਲੀ ਕਰ ਤਾਂ ਜਾਂਦੀ ਸੀ ਪੁੱਤ। ਬੇਬੇ ਬੋਲਣਾ ਕੀ ਹੈ, ਦੁੰਨੇ ਜੀਆਂ ਦੀ 100 ਗੱਲਬਾਤ ਹੈ, ਆਪ ਸਮੀ ਬੋਲਦੇ ਸੀ। ਸਿਆਣੇ ਬੰਦੇ ਨੂੰ ਟੈਨਸ਼ਨ ਤਾਂ ਹੁੰਦੀ ਹੈ ਪੁੱਤ। ਕੀ ਰੌਲਾ ਇਹਨਾਂ ਦਾ? ਰੌਲਾ ਬਾਪੂ ਕੀ ਹੋਣਾ, ਆਪਣਾ ਛੋਟਾ ਬਥੇਰਾ ਸਿਆਣਾ। ਕੋਈ ਗੱਲ ਨਹੀਂ, ਤੁਸੀਂ ਰੋਟੀ ਖਾ ਲਓ, ਮੈਂ ਪਾਣੀ ਲੈ ਕੇ ਆਉਂਦੀ। ਜਾਣਦੀ ਆ ਮੈਂ ਕਿੰਨਾ ਕੁ ਸਿਆਣਾ ਛੋਟਾ। ਆ ਰੋਟੀ ਖਾ ਲਾ, ਇਹ ਤਾਂ ਖਾਣੀ ਹੀ ਪਊਗੀ। ਬੁਰਕੀ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ। ਰੋਟੀ ਖਾ ਨਹੀਂ ਦਿਲ ਕਰਦਾ ਫਿਰ ਭੁੱਖਾ ਬੈਠਾ ਰਹੇਗਾ। ਫਿਰ ਉਹਨੇ ਆ ਕੇ ਕਿਹੜਾ ਤੈਨੂੰ ਇਹ ਕਹਿਣਾ ਬਾਪੂ ਜੀ ਰੋਟੀ ਖਾ ਲਓ। ਉਹ ਤਾਂ ਹੋਰ ਹੀ ਹਵਾ ਚ ਉੱਡਿਆ ਫਿਰਦਾ। ਤੈਨੂੰ ਨਹੀਂ ਪਤਾ, ਮੈਨੂੰ ਪਤਾ। ਇਹਨਾਂ ਦਾ ਬਣੂ ਕੀ? ਕਿਹੜੀਆਂ ਸੋਚਾਂ 'ਚ ਡੁੱਬਿਓ ਜੀ। ਨਾਲੇ ਅੱਜ ਰਾਣੀ ਭੈਣ ਆਊ, ਜਿਹੜਾ ਵੀ ਫੈਸਲਾ ਕਰੂ ਉਹਦਾ ਫੈਸਲਾ ਸਿਰ ਮੱਥੇ। ਉਹਦੇ ਤੇ ਸਿੱਟ ਦਿਓ ਸਾਰਾ ਕੁਝ, ਜੋ ਵੀ ਕਰੂਗੀ। ਨਾਲੇ ਇਹ ਵੀ ਡੁੱਬਣਾ ਕਿਹੜਾ ਢਿੱਡ ਦਾ ਮਾੜਾ ਸੀ, ਪਤਾ ਨਹੀਂ ਕਿਹਦੀਆਂ ਉਂਗਲਾਂ ਤੇ ਚੜਿਆ। ਮੇਰੀ ਗੱਲ ਸੁਣੋ ਜੀ, ਹੁਣ ਪੰਚਾਇਤ ਸੱਦਤਾ ਲਈ ਕੋਲ ਬੈਠ ਕੇ ਸਾਰੇ ਫੈਸਲੇ ਕਰਾ ਲਿਓ ਆਪਦੇ। ਕਿਤੇ ਉਹਨਾਂ ਤੇ ਤਰਸ ਕਰੀ ਜਾਓ। ਕੋਈ ਲੋੜ ਨਹੀਂ ਹੈਗੀ ਐਵੇਂ ਜਜ਼ਬਾਤੀ ਜਿਹਾ ਬਣਨ ਦੀ। ਆਪਾਂ ਤਾਂ ਰਾਣੀ ਭੈਣ ਤੇ ਛੱਡਿਆ। ਮੈਂ ਤੁਹਾਨੂੰ ਕਿਹਾ ਸੀ ਜਿਵੇਂ ਤੂੰ ਭੈਣੇ ਕਰ ਦੇਂਗੀ ਉਵੇਂ ਠੀਕ ਆ। ਨਾਲੇ ਇੱਕ ਗੱਲ ਹੋਰ ਦੱਸਾਂ ਤੁਹਾਨੂੰ, ਦਿਮਾਗ ਤੋਂ ਕੰਮ ਲੈ ਲਿਓ। ਬਾਪੂ ਨੂੰ ਆਪਣੇ ਕੰਨੀ ਕਰ ਲਿਓ, ਸਰਕਾਰੀ ਪੈਨਸ਼ਨ ਆਉਂਦੀ ਹੈ ਉਹਦੀ। ਹੁਣ ਤਾਂ ਮੈਨੂੰ ਪਤਾ ਹੈ ਤੁਸੀਂ ਉਹਦਾ ਬੁਰਾ ਨਹੀਂ ਕਰਦੇ, ਪਰ ਫਿਰ ਵੀ ਸਿਰੇ ਨਾ ਜਾਇਓ। ਨਾਲੇ ਬੇਬੇ ਨੂੰ ਤਾਂ ਚੰਦਰੀ ਜੀ ਬਿਮਾਰੀ ਚਿੰਬੜੀ ਹੋਈ ਆ, ਉਹਨੂੰ ਨਾ ਨਹੀਂ ਕਰ ਦਿਓ, ਆਪੇ ਸੰਭਾਲੀ ਜਾਣਗੇ। ਠੀਕ ਹੈ? ਕੋਈ ਨਾ, ਹੌਸਲਾ ਰੱਖੋ। ਜੋ ਕੀਤਾ ਵਾਹਿਗੁਰੂ ਨੇ ਕੀਤਾ, ਠੀਕ ਵੀ ਉਹੀ ਕਰੂ। ਹੁਣ ਤੇ ਵਾਹਿਗੁਰੂ ਦੀ ਡੋਰੀ ਹੈ। ਮਨਦੀਪ
ਜਦੋਂ ਭੈਣ ਨੂੰ ਬੁਲਾ ਹੀ ਲਿਆ ਸੀ ਫਿਰ ਆ ਪੰਚਾਇਤ ਬੁਲਾਉਣ ਦੀ ਕੀ ਲੋੜ ਸੀ? ਵੇਲੇ ਰਿਸ਼ਤੇਦਾਰੀ ਜਾਂਦਾ ਆਹੀ ਸੁੱਖ ਹੁੰਦਾ। ਇਹੀ ਸੁੱਖ ਹੁੰਦਾ। ਨਾ ਨਾ ਲਾਡਲੇ ਕੋਲ ਚ ਰਹਿਣਾ ਮੈਂ। ਹੁਣ ਜਿਹੜੀ ਗੱਲ ਹੋਊ ਪੰਚਾਇਤ ਦੇ ਸਾਹਮਣੇ ਹੋਊਗੀ। ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ। ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ। ਬੈਠੋ। ਕੀ ਹੋ ਗਿਆ ਮਨਦੀਪ? ਬੈਠੋ ਜੀ। ਬੈਠ। ਕੀ ਹੋ ਗਿਆ? ਸਰਪੰਚ ਸਾਹਿਬ ਬਸ ਹੋਰ ਨਹੀਂ ਹੁਣ ਸਹਿ ਜਾਂਦਾ। ਗੱਲ ਕੀ ਹੋ ਗਈ? ਗਾਂ ਵੀ ਦੱਸੋਗੇ, ਵੀ ਦੱਸੋਗੇ। ਗੱਲ ਆਪੇ ਪੁੱਛੋ ਅਮਰੀਕ ਤੋਂ। ਦੇਖ ਭਾਈ ਮਨਦੀਪ, ਘਰ ਵਿੱਚ ਕੱਢੀ ਹੋਈ ਕੰਧ ਦਿਲਾਂ ਵਿੱਚ ਕੰਧਾਂ ਕੱਢ ਦਿੰਦੇ ਨੇ। ਸੋ ਭਾਈ ਸਿਆਣਾ ਬਣ, ਹਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਨਾ ਨਾ ਸਰਪੰਚਾ, ਹੁਣ ਪਾਣੀ ਸਿਰ ਦੇ ਉੱਪਰ ਦੀ ਲੰਘਿਆ। ਜੇ ਤੈਨੂੰ ਲੱਗਦਾ ਕਿ ਸਾਡੇ ਚੋਂ ਕਦਾ ਬੰਦਾ ਬਚ ਜਾਵੇ ਤਾਂ ਅੱਜ ਕੰਧ ਕਢਵਾ ਕੇ ਜਾਈ। ਚਲੋ ਭਾਈ, ਜੇ ਤੁਹਾਨੂੰ ਐਂ ਲੱਗਦਾ ਹੈ, ਫਿਰ ਤੁਸੀਂ ਕੰਧ ਕੱਢ ਲਓ। ਦੱਸ ਭਾਈ ਅਮਰੀਕ, ਕਿਵੇਂ ਲੱਗਦਾ ਤੈਨੂੰ? ਠੀਕ ਹੈ ਸਭ ਕੁਝ? ਫਿਰ ਤੇਰਾ ਕੀ ਕਹਿਣਾ? ਫਿਰ ਮੈਂ ਕੀ ਕਹਿਣਾ ਜੀ, ਜਿਵੇਂ ਮਨਦੀਪ ਨੂੰ ਠੀਕ ਲੱਗਦਾ ਕਰਦੇ ਹੋ ਉਵੇਂ। ਨਾ ਨਾ, ਅਸੀਂ ਤੇਰੇ ਕਿਸੇ ਅਸਾਂ ਥੱਲੇ ਨਹੀਂ ਆਉਣਾ। ਵੰਡੀਆਂ ਪੈਣਗੀਆਂ ਸਰਪੰਚ ਸਾਹਿਬ। ਭਾਈ ਤੁਹਾਡੇ ਕੋਲ ਦੋ ਟੱਕ ਹੈ, ਇੱਕ ਟਿੱਬੇ ਵਾਲੀ ਤੇ ਇੱਕ ਉਹ ਹਾਈਵੇ ਵਾਲੀ। ਦੱਸੋ ਫਿਰ ਕਿਵੇਂ ਵੰਡ ਵਡੇਰਾ ਕਰਨਾਗਾ? ਕਰਨਾ ਕਿਵੇਂ ਆ ਜੀ? ਹਾਈਵੇ ਵਾਲਾ ਦੇ ਦਿਓ ਮਨਦੀਪ ਨੂੰ। ਨਾ ਨਾ, ਮੈਨੂੰ ਅਮਰੀਕ ਤੇਰਾ ਕੋਈ ਆਸਾਨ ਨਹੀਂ ਚਾਹੀਦਾ। ਪਰਚੀਆਂ ਪੈਣਗੀਆਂ। ਕੱਲ ਨੂੰ ਅਸੀਂ ਪਿੰਡ 'ਚ ਰਹਿਣਾ ਹੈ, ਸਾਡਾ ਵੀ ਨੱਕ ਰਵੇ। ਦੇਖੋ ਭਾਈ, ਹੁਣ ਤੁਹਾਡਾ ਸਾਰਾ ਕੁਝ ਤਾਂ ਵੰਡਿਆ ਗਿਆ। ਹੁਣ ਇਹ ਵੀ ਦੱਸੋ, ਇਹ ਬਜ਼ੁਰਗ ਕਿਹਦੇ ਕਨੀ ਰਹਿਣਗੇ? ਬਜ਼ੁਰਗਾਂ ਦਾ ਹੀ ਕਰਨਾ ਜੀ, ਮੇਰੇ ਵੱਲ ਰਹਿਣਗੇ। ਲੈ ਐਵੇਂ ਕਿਵੇਂ ਭਰਾ ਜੀ? ਅਸੀਂ ਵੀ ਤਾਂ ਕੱਲ ਨੂੰ ਜਿਉਣਾ ਜ਼ਮਾਨੇ 'ਚ। ਤੁਸੀਂ ਐ ਕਰੋ, ਬਾਪੂ ਜੀ ਨੂੰ ਅਸੀਂ ਰੱਖ ਲੈਨੇ ਆ ਤੇ ਬੇਬੇ ਨੂੰ ਤੁਸੀਂ ਰੱਖ ਲਓ। ਸਿੱਧੀ ਗੱਲ ਆ। ਸਰਪੰਚ ਸਾਹਿਬ, ਬਜ਼ੁਰਗਾਂ ਦੀ ਵੀ ਰਾਏ ਲੈ ਲਓ, ਸਿਆਣੇ ਬੰਦੇ ਐ। ਹੁਣ ਜ਼ਰੂਰ ਤੋਂ ਜ਼ਿਆਦਾ ਸਿਆਣੇ ਹੋ ਗਏ, ਐਡੇ ਸਿਆਣੇ ਹੋ ਗਏ। ਅਮਰੀਕ, ਬੇਬੇ ਬਾਪੂ ਦੀਆਂ ਪਰਚੀਆਂ ਪੈਣਗੀਆਂ। ਵੇ ਚੰਦਰਿਆ, ਤੇਰਾ ਲਹੂ ਇੰਨਾ ਸਫੇਦ ਹੋ ਗਿਆ ਵੇ, ਤੂੰ ਬੇਬੇ ਬਾਪੂ ਨੂੰ ਵੀ ਵੰਡਣ ਨੂੰ ਫਿਰਦਾ। ਮਿਸਤਰੀ, ਗਲੀ ਪਾ ਯਾਰ, ਕੰਧ ਕੱਢ। ਵਿਚਾਲੇ ਪਾ ਦਈਏ? ਆਓ ਭਾਈ ਮਿਸਤਰੀ। ਪਾ ਦਿਓ ਭਾਈ, ਫਿਰ ਜਿਵੇਂ ਇਹ ਕਹਿੰਦੇ। ਬਾਹਰ ਕਦੋਂ ਬੰਦ ਕਰ ਦਿਓ, ਮੇਰੇ ਵੱਲੋਂ ਪੂਰਾ ਹੋਰ ਲੈ ਲਓ ਤਾਂ ਇੱਧਰ ਨੂੰ ਕੱਢ ਦਿਓ। ਆ ਬੰਨੇ ਹੱਥ ਤੇਰੇ ਮੂਹਰੇ ਭਰਾਵਾ। ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ, ਮੈਂ ਤੇਰੇ ਕਿਸੇ ਅਸਾਂ ਥੱਲੇ ਦਬ ਕੇ ਰਹਿਣਾ। ਨਾ ਇੰਚ ਵੱਧ ਛੱਡਾਂ ਤੇ ਨਾ ਇੰਚ ਵੱਧ ਰੱਖਾਂ। ਗੱਲ ਸੁਣ ਮਨਦੀਪ, ਹਜੇ ਵੀ ਮੌਕਾ ਹੈ। ਨਾਲੇ ਕੰਧ ਕੱਢਣ ਲਈ ਮਿਸਤਰੀ ਲੋੜ ਪੈਂਦੀ ਹੈ, ਪਰ ਕੰਧ ਢਾਉਣ ਲਈ ਮਿਸਤਰੀ ਲੋੜ ਨਹੀਂ ਪੈਂਦੀ। ਹਜੇ ਵੀ ਸੋਚ ਲੈ। ਮਿਸਤਰੀ ਹੈ ਨਾ, ਮਿਸਤਰੀ ਬਣ ਕੇ ਰਹਿ, ਸਲਾਹਕਾਰ ਨਾ ਬਣ। ਕੰਧ ਕੱਢ ਸਿੱਧਾ ਹੋ ਕੇ।
ਅਸੀਂ ਦੋਨੇ ਭੈਣ ਭਰਾ ਝਾਤੀ ਕਰਿਆ ਕਰਾਂਗੇ। ਹਾਏ ਓਏ ਰੱਬਾ, ਇਹਨਾਂ ਜਵਾਕਾਂ ਦਾ ਕੀ ਕਸੂਰ ਸੀ? ਜਵਾਕਾਂ ਦਾ ਬਹੁਤ ਪਾਪ ਲੱਗੂ ਇਹਨਾਂ ਨੂੰ। ਉਹ ਆਪਾਂ ਨੂੰ ਕੀ, ਇਹ ਰੱਬ ਰੂਪੀ ਜਵਾਕਾਂ ਦੀਆਂ ਦਸੀਸਾਂ ਹੋਣਗੇ। ਬੇਬੇ ਹੁਣ ਤੂੰ ਐਂ ਕਰ, ਇੱਕ ਬਾਲੀ ਵੀ ਉਹਨੂੰ ਦੇ ਦੇ, ਨਹੀਂ ਤਾਂ ਐਵੇਂ ਮਰੀਕ ਬਾਈ ਨੂੰ ਕੱਲ ਨੂੰ ਮਿਹਣੇ ਮਾਰਨਗੇ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਆ? ਉਰਿਆ ਸਿਮਰ ਪੁੱਤ ਓਏ। ਹਾਂਜੀ ਤਾਇਆ। ਤਾਈ ਨੂੰ ਭੁੱਲ ਹੀ ਗਿਆ ਜਮਾ? ਨਾ। ਨਹੀਂ ਕਿਉਂ? ਆਉਂਦੇ ਨਹੀਂ ਜਮਾ ਮੇਰੇ ਕੋਲੇ? ਲੈ ਤੈਨੂੰ ਟੋਪੀਆਂ ਦੇਵਾਂ। ਨਾ ਤੈਨੂੰ ਘਰੇ ਨਹੀਂ ਮਿਲਦੀਆਂ ਇਹ। ਚੱਲ ਅੰਦਰ। ਵੀਰੇ ਇੱਧਰ ਆ ਜਾ, ਤੂੰ ਸਾਡੇ ਘਰੇ ਖੇਡਣ। ਤੇਰੀ ਮੰਮੀ ਨੇ ਆਉਣ ਨਹੀਂ ਦੇਣਾ। ਸਿਮਰ ਵੀਰੇ ਆ ਜਾ ਖੇਡੀਏ। ਵੀਰੇ ਆ। ਰਿੰਪੀ ਬਾਲ ਸਿੱਟੀ। ਰਿੰਪੀ ਰਿੰਪੀ ਬਾਲ ਸਿੱਟੀ। ਅੰਦਰ ਚੱਲ ਵੇ, ਤੈਨੂੰ 50 ਵਾਰ ਕਿਹਾ ਨਹੀਂ ਖੇਡਣਾ ਉਹਦੇ ਨਾਲ। ਇਹੋ ਜਿਹੇ ਇਹ ਨੇਗੇ, ਅੱਡ ਹੋ ਕੇ ਵੀ ਨਹੀਂ ਸਾਡਾ ਖੇੜਾ ਛੱਡਦੇ। ਮੰਮੀ ਖੇਡ ਲੈਣ ਦੇ, ਸਾਡਾ ਕੀ ਕਸੂਰ ਆ? ਦੱਸ ਦੂੰਗੀ ਮੈਂ ਕਸੂਰ। ਚੱਲ ਅੰਦਰ। ਹਾਏ ਓਏ ਰੱਬਾ, ਪਤਾ ਨਹੀਂ ਕਿਹੜੇ ਕਲੈਣੇ ਦੀ ਨਜ਼ਰ ਲੱਗ ਗਈ ਇਸ ਕਰਨ। ਭੂਆ ਓਏ ਆ ਮੇਰਾ ਪੁੱਤ ਸਿਮਰੂ, ਪੜਿਆ ਪੁੱਤ ਓਏ? ਹਾਂ ਪਾਪਾ, ਭੂਆ ਆਈ ਸੀ, ਕੀ ਖਾਣ ਨੂੰ ਲਿਆਈਆ?
ਭੂਆ ਪੁੱਤ ਕਦੋਂ ਆਈ ਹੈ? ਭੂਆ ਆਈ ਨਹੀਂ ਮੇਰੇ ਪੁੱਤੂ। ਆਈ ਸੀ, ਮੈਂ ਆਪ ਅੱਡੇ ਨੂੰ ਮੁੜਦੀ ਦੇਖੀ ਆ। ਅੱਛਾ ਹਾਂ ਜਾ ਪੁੱਤ ਡਰੈਸ ਚੇਂਜ ਕਰ ਤੂੰ ਹੈ। ਜਵਾਕ ਝੂਠ ਨਹੀਂ ਬੋਲ ਸਕਦਾ ਹੈਗਾ। ਆਈ ਹੋਣੀ ਉਹ, ਉਧਰ ਆ ਕੇ ਮੁੜ ਗਈ ਹੋਣੀ। ਹੁਣੇ ਫੋਨ ਲਾ ਕੇ ਉਹਨੂੰ ਲਾਂਭਾ ਦਿਓ। ਕੀ ਗੱਲ, ਆਪਾਂ ਉਹਦੇ ਕੁਛ ਲੱਗਦੇ ਨਹੀਂ ਹੈਗੇ? ਉਹਦਾ ਘਰ ਦਿਖ ਗਿਆ ਹੈ, ਆਪਾਂ ਬਗਾਨੇ ਹੋ ਗਏ। ਝੂਠ ਤਾਂ ਨਹੀਂ ਬੋਲਦਾ ਜਵਾਕ ਹਨਾ। ਤੁਸੀਂ ਫੋਨ ਲਾਓ। ਹਾਂ ਰਾਣੀ, ਹਾਂ ਵੀਰੇ। ਤੂੰ ਮਰੀਕ ਦੇ ਘਰੇ ਆ ਕੇ ਮੁੜ ਗਈ, ਕਰ ਗਈ ਨਾ ਪੱਖਪਾਤ। ਹਾਂ ਮੈਂ ਆਈ ਸੀ, ਸਾਰੀ ਗੱਲ ਨਾ ਮੈਥੋਂ ਸੱਚੀ ਸੱਚੀ ਸੁਣ ਲੈ। ਜਦੋਂ ਮੈਂ ਗੇਟ ਤੇ ਆਈ, ਫਿਰ ਕਿਉਂ ਨਹੀਂ ਆਈ ਤੂੰ ਮੇਰੇ ਘਰੇ? ਤੂੰ ਹੁਣ ਸੁਣ ਲੈ ਚੁੱਪ ਕਰਕੇ। ਮੈਂ ਤੈਨੂੰ ਸਾਰੀ ਗੱਲ ਸੱਚ ਸੱਚ ਦੱਸੂਗੀ। ਜਦੋਂ ਮੈਂ ਗੇਟ ਤੇ ਆਈ, ਕੰਧ ਕੱਢੀ ਦੇਖ ਕੇ ਮੇਰਾ ਕਾਲਜਾ ਪਾਟ ਗਿਆ ਤੇ ਮੈਨੂੰ ਮਜਬੂਰ ਵਾਪਸ ਮੁੜਨਾ ਪਿਆ। ਤੇ ਚੰਦਰਿਓ, ਦਿਲ ਤਾਂ ਮੇਰਾ ਵੀ ਬਥੇਰਾ ਕਰਦਾ ਮੈਂ ਬੇਬੇ ਬਾਪੂ ਨੂੰ ਦੇਖ ਕੇ ਜਾਵਾਂ, ਤੇ ਤੁਸੀਂ ਤਾਂ ਕੰਧਾਂ ਕੱਢ ਕੇ ਸਾਡੇ 'ਚ ਵੀ ਵੰਡੀਆਂ ਪਾਤੀਆਂ। ਨਾਲੇ ਤੈਨੂੰ ਯਾਦ ਆ, ਤੂੰ ਛੋਟਾ ਹੁੰਦਾ ਟੋਬੇ 'ਚ ਡਿੱਗ ਪਿਆ ਸੀ, ਰੀਕ ਨੇ ਤੇਰੇ ਮਗਰੇ ਛਾਲ ਮਾਰੀ ਸੀ। ਨਾਲੇ ਉਹਨੂੰ ਤੈਰਨਾ ਨਹੀਂ ਸੀ ਆਉਂਦਾ। ਉਹ ਤਾਂ ਸ਼ੁਕਰ ਹੈ ਜੰਗੀਰ ਤਾਏ ਨੇ ਤੁਹਾਡੀ ਦੋਨਾਂ ਦੀ ਜਾਨ ਬਚਾ ਲਈ। ਵੇ ਮੈਂ ਕੀ ਦੱਸਾਂ, ਤੂੰ ਤਾਂ ਇੰਨਾ ਨਿਰਦਈ ਹੋ ਗਿਆ। ਉਹ ਇੰਨਾ ਭੋਲਾ ਵਿਚਾਰਾ, ਉਹਨੇ ਤੈਨੂੰ ਹਾਈਵੇ ਵਾਲੀ ਜ਼ਮੀਨ ਵਿੱਚ ਜਾਣ ਬੁੱਝ ਕੇ ਦਿੱਤੀ। ਆਰਤੀ ਦਾ ਫੋਨ ਆਇਆ ਸੀ ਉਹਨੂੰ ਕਿ ਤੁਹਾਡੇ ਤੋਂ ਮੈਂ 70,000 ਰੁਪਇਆ ਲੈਣਾ। ਉਹਨੇ ਆਰਤੀ ਨੂੰ ਆਖਿਆ ਮਨਦੀਪ ਨੂੰ ਫੋਨ ਨਾ ਕਰੀ, ਉਹ ਛੋਟਾ, ਮੈਂ ਆਪੇ ਦੇ ਦੂੰ। ਤੇ ਫਿਰ ਜਦੋਂ ਬੈਂਕ ਮੈਨੇਜਰ ਦਾ ਫੋਨ ਆਇਆ ਕਿ ਕਿਹਦੇ ਨਾਂ ਤੇ ਚੈੱਕ ਕੱਟੀਏ, ਤੂੰ ਆਪਦੇ ਨਾਂ ਤੇ ਕਟਵਾ ਲੈ। ਵੇ ਤੂੰ ਇੰਨਾ ਮੁਨਕਰ ਹੋ ਗਿਆ, ਮੈਂ ਕਦੇ ਸੋਚਿਆ ਵੀ ਨਹੀਂ ਸੀ। ਭੈਣੇ, ਮੈਨੂੰ ਰੱਬ ਨੇ ਕਦੋਂ ਮਾਫ ਕਰਨਾ ਬਣਾਇਆ। ਤੇ ਨਾਲੇ ਉਹਨੇ ਸਾਰੀਆਂ ਗੱਲਾਂ ਦੱਸਣ ਤੋਂ ਮੈਨੂੰ ਰੋਕਿਆ ਸੀ ਵੀ ਮਨਦੀਪ ਕੋਲੇ ਕੋਈ ਗੱਲ ਨਾ ਕਰੀ। ਪਰ ਤੂੰ ਸਾਨੂੰ ਦੋਨਾਂ ਭੈਣ ਭਰਾਵਾਂ ਨੂੰ ਮਜਬੂਰ ਕਰਦਾ। ਲਓ ਫਿਰ ਮੈਂਬਰ ਸਾਹਿਬ, ਰੱਖੋ ਫਿਰ ਪਰਚੀਆਂ। ਚੱਕ ਭਾਈ ਅਮਰੀਕ ਸਿਆਂ ਪਰਚੀਆਂ। ਸਰਪੰਚ ਸਾਹਿਬ, ਹਾਈਵੇ ਵਾਲਾ ਖੇਤ ਆਇਆ ਜੀ। ਮਰੀਕ ਦਾ ਵਿਚਾਰਾ ਭੋਲੇ ਦਾ ਭੋਲੇ ਹੀ ਰਿਹਾ, ਤੇ ਉਹਨੇ ਜਾਣ ਬੁੱਝ ਕੇ ਹਾਈਵੇ ਵਾਲਾ ਖੇਤ ਵੀ ਤੈਨੂੰ ਦਿੱਤਾ। ਤੇ ਤੂੰ ਕਿੱਥੇ ਦੇਣ ਦੇਵੇਂਗਾ ਉਹਦਾ? ਤੇ ਤੂੰ ਕਿੱਥੇ ਦੇਣ ਦੇਵੇਂਗਾ? ਤੇਰਾ ਇੰਨਾ ਸਫੇਦ ਲਹੂ ਹੋ ਗਿਆ, ਤੇ ਤੂੰ ਤਾਂ ਬੇਬੇ ਬਾਪੂ ਵੀ ਵੰਡ ਲੈ। ਉਹ ਤਾਂ ਕੰਧ ਕੱਢੀ ਤੋਂ ਬਾਅਦ ਵੀ ਮੈਨੂੰ ਸੰਧਾਰਾ ਦੇ ਗਿਆ, ਤੇ ਤੂੰ ਤਾਂ ਧੀਆਂ ਦਾ ਸੰਧਾਰਾ ਲੈ ਕੇ ਵੀ ਨਹੀਂ ਆਇਆ। ਹਾਏ ਓਏ ਰੱਬਾ, ਓਏ ਕਿੱਥੇ ਮਾਫ ਕਰੇਗਾ? ਉਹ ਰੱਬ ਵਰਗਾ ਭਾਈ ਬੁਲਵਾ ਦੇ ਓਏ। ਤੇ ਮੈਂ ਹੁਣ ਉੱਦੇ ਆਉਂਗੀ ਤੁਹਾਡੇ ਘਰ ਜਦੋਂ ਕੰਧ ਢਾਏਗੀ। ਭੈਣੇ, ਕੰਧ ਢਾਏਗੀ ਪਰ ਤੂੰ ਆ, ਮੈਨੂੰ ਪਾਪ, ਫੇਰ ਹੀ ਮੇਰੇ ਪਾਪ ਹੋਣਗੇ ਜੇ ਮੈਂ ਕੰਧ ਢਾਊਂਗਾ। ਪਰ ਵਾਹ ਮੇਰਾ ਡਾਢਿਆ ਰੱਬਾ, ਤੇਰੀ ਕੁਦਰਤ।
ਕਬੀਲਦਾਰੀ ਅਮਰੀਕ ਦੇ ਹੱਥਾਂ ਨਾ, ਫੇਰ ਤਾਂ ਤੂੰ ਕੀ ਸਮਝਣਾ ਕਾਕਾ। ਲੁੱਟ ਕੇ ਖਾ ਗਿਆ ਤੈਨੂੰ, ਲੁੱਟ ਕੇ ਖਾ ਗਿਆ ਤੈਨੂੰ। ਅਮਰੀਕ ਭਾਈ ਓਏ ਆਜੋ ਸਾਰੇ ਤਾਰੇ ਉਸ ਕਲੇੜੀ ਨੂੰ। ਮਾਫ ਕਰ ਦਿਓ ਦੀਦੀ, ਸਾਡੇ ਤੋਂ ਗਲਤੀ ਹੋ ਗਈ ਸੀ। ਤੁਹਾਡੇ ਵੀ ਕਦੇ ਮਾਫੀ ਮੰਗਦੇ ਹੁੰਦੇ। ਤੂੰ ਮੇਰੀ ਛੋਟੀ ਭੈਣ ਹੈ ਨਾ, ਤਾਂ ਕੀ ਹੋ ਗਿਆ? ਆਪਣੇ ਚ ਸਾਰਾ ਕੁਝ ਠੀਕ ਹੋ ਗਿਆ ਨਾ, ਇਹੀ ਇਹ ਸਾਡੇ ਸਾਰੇ ਪੰਜਾਬ ਦੀਆਂ ਹੱਡਬੀਤੀਆਂ ਨੇ। ਪਤਾ ਨਹੀਂ ਕਿੰਨਿਆਂ ਘਰਾਂ 'ਚ ਕੰਧਾਂ ਕਢਵਾਤੀਆਂ ਮਾੜੀਆਂ ਰਾਜਨੀਤੀਆਂ ਨੇ। ਪਤਾ ਨਹੀਂ ਕਿੰਨਿਆਂ ਘਰਾਂ 'ਚ ਕੰਧਾਂ ਕਢਵਾਤੀਆਂ ਇਹਨਾਂ ਮਾੜੀਆਂ ਰਾਜਨੀਤੀਆਂ ਨੇ।